बिस्मिल्लाहिर्रहमानिर्रहीम। जनाबे अली आ जाओ। टाइम ਤੇ ਹੋ ਗਿਆ ਹੁਣ ਸਾਡੀ ਬੈਠਕ ਦਾ ਤੇ ਉਹ ਹੌਲੀ ਹੌਲੀ ਹੁਣ ਜਿਵੇਂ ਜਿਵੇਂ ਮੈਨੂੰ ਜਾਂਚ ਆਉਣ ਡਈ ਜੇ ਨਾ ਇਹਦੀ ਆ ਵੀਡੀਓ ਸ਼ੀਡੀਓ ਦੀ ਮਾੜੀ ਚੰਗੀ। ਕਦੀ ਤੇ ਮੈਂ ਉਹ ਕਮਰਾ ਬਦਲਿਆ ਆਪਣਾ ਤੇ ਕਦੀ ਉਹਦੀ ਲਾਈਟ ਵੱਧ ਹੋ ਜਾਂਦੀ ਹੈ ਕਦੀ ਘੱਟ ਹੋ ਜਾਂਦੀ ਹੈ। ਕੰਮ ਸੂਤਰ ਨਹੀਂ ਆਉਣ ਡਿਆ ਤੇ ਵੇਖੋ ਹੌਲੀ ਹੌਲੀ ਆ ਹੀ ਜਾਏਗਾ। ਛੱਡਦਾ ਤੇ ਮੈਂ ਵੀ ਕੋਈ ਨਹੀਂ। ਇਹ ਜਸਤਜੂ ਤੇ ਜਾਰੀ ਹੈ, ਮੇਰੀ ਟ੍ਰੇਨਿੰਗ ਜਾਰੀ, ਕੋਸ਼ਿਸ਼ ਕਰਦਾ ਰਹਾਂਗਾ ਤੇ ਇਨਸ਼ਾਅੱਲਾ ਹਰ ਸ਼ੈ ਨੈਟ ਤੇ ਹੈਗੀ ਏ। ਇੱਕ ਮਿੰਟ ਲੱਗਦਾ ਹੈ, ਚਾਚੇ ਗੂਗਲ ਨੂੰ ਪੁੱਛੀਏ ਤੇ ਉਹ ਦੱਸ ਦਿੰਦਾ ਵੀ ਕੀ ਕਰਨਾ ਹੈ, ਤੇ ਵੀਡੀਓ ਵੀ ਉੱਥੇ ਅੱਲਾ ਭਲਾ ਕਰੇ ਸੈਂਕੜੋਂ ਲੋਕ ਨੇ ਜਿਨ੍ਹਾਂ ਨੇ ਬਣਾ ਉੱਤੇ ਸ਼ੇਅਰ ਕੀਤੀਆਂ ਨੇ ਨਾ ਇਹਦੇ ਤੇ ਇੰਟਰਨੈਟ ਤੇ ਮੈਂ ਉਹ ਤੋਂ ਜਿੱਥੇ ਵੀ ਕਿਤੇ ਵੇਖਣਾ ਨਾ ਵੀ ਹੁਣ ਗਾਂ ਕਿੱਥੇ ਕਿੱਧਰ ਨੂੰ ਜਾਵਾਂ ਮੈਂ। ਤੇ ਉਹ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਕਦੀ ਫੀਸਾਂ ਦੇ ਕੇ ਤੇ ਕਦੀ ਟਿਊਸ਼ਨਾਂ ਦੇ ਕੇ ਤੇ ਕਦੀ ਪਤਾ ਨਹੀਂ ਕੀ ਕੁਝ ਕਰਕੇ ਲੱਭੀਦਾ ਸੀ। ਅੱਲਾ ਭਲਾ ਕਰੇ ਬਈ ਉਹਨਾਂ ਦਾ ਜਿਨ੍ਹਾਂ ਨੇ ਨੈਟ ਦੇ ਉੱਤੇ ਬਣਾ ਵੀਡੀਓ ਟਿਊਬਾਂ ਲਾਈਆਂ ਨੇ ਤੇ ਬੜਾ ਮਜ਼ਾ ਆਉਂਦਾ ਜੇ, ਬੜਾ ਸਵਾਦ ਆਉਂਦਾ। ਤੇ ਆ ਜਾਓ ਹੁਣ ਕਿੱਥੇ ਤੁਸੀਂ ਵਾਹਵਾ ਹੀ ਚਿਰ ਹੋ ਗਿਆ ਮਿਲੇ ਨਹੀਂ। ਇੱਕ ਤੇ ਗੱਲ ਇਹ ਆ ਵੀ ਮੇਰੀ ਹੁਣ ਕੋਸ਼ਿਸ਼ ਇਹ ਹੋਗੀ ਕਿ ਥੋੜਾ ਜਿਹਾ ਆਪਣੇ ਆਪ ਨੂੰ ਨਾ ਸਿੱਧਾ ਪੱਧਰਾ ਤੇ ਹੁਣ ਮੈਂ ਕਰ ਹੀ ਲਿਆ ਹੈ। ਤੇ ਇਹ ਹਫਤੇ ਨੂੰ ਹੀ ਨਾ ਕਰ ਲਈ ਕਰੀਏ ਬੈਠਕ ਇੱਕ। ਤੇ ਅੱਜ ਦੀ ਬੈਠਕ ਜਿਹੜੀ ਹੈ ਨਾ ਉਹਦੇ ਚ ਪਹਿਲੀ ਗੱਲ ਤੇ ਕਿ ਕੋਈ ਕੰਮ ਉਨਾ ਚਿਰ ਨਹੀਂ ਹੋ ਸਕਦਾ ਜਿੰਨਾ ਚਿਰ ਬੰਦਾ ਆਪਣੀ ਖਾਮੀ ਨੂੰ ਤਸਲੀਮ ਨਾ ਕਰੇ ਕਿ ਯਾਰ ਮੇਰੇ ਸ਼ਖਸੀਅਤ ਵਿੱਚ ਇਹ ਚੰਗੇ ਕੰਮ ਨੇ, ਸਟਰੈਂਥਸ ਹੈ ਨੇ ਮੇਰੀਆਂ ਔਰ ਮੇਰੀ ਵੀਕਨੈਸਸ ਹੈ ਨੇ। ਤੇ ਫਿਰ ਬੰਦਾ ਹੌਲੀ ਹੌਲੀ ਕੋਸ਼ਿਸ਼ ਕਰਦਾ ਉਹ ਜਿਹੜੀਆਂ ਵੀਕਨੈਸਸ ਹੁੰਦੀਆਂ ਨੇ ਨਾ ਉਹਨਾਂ ਨੂੰ ਦੂਰ ਕਰਨ ਦੀ। ਅੱਛਾ ਹੁਣ ਮੇਰੀ ਪਰਸਨੈਲਿਟੀ 'ਚ ਵੀਕਨੈਸ ਕੀ ਹੈ? ਹੁਣ 65 ਸਾਲ ਮੇਰੀ ਅੱਲਾ ਕਰੇ ਉਮਰ ਹੋ ਗਈ ਹੈ। ਤੇ ਦੇਖੋ ਅੱਲਾ ਖੈਰ ਕਰੇ ਗਾਂ ਵੀ ਹਾਲੇ ਤੱਕ ਤੇ ਠੀਕ ਠਾਕ ਰੱਬ ਨੇ ਬੜਾ ਹੀ ਕਰਮ ਹੈ। ਜੇ ਪਿਛਲੇ 65 ਕੱਢ ਛੱਡੇ ਨੇ ਤੇ ਅੱਲਾ ਗਾਂ ਵੀ ਖੈਰ ਹੀ ਕਰੇਗਾ ਇਨਸ਼ਾਅੱਲਾ। ਮੇਰੀ ਬਹੁਤ ਵੱਡੀ ਵੀਕਨੈਸ ਇਹ ਹੈ ਕਿ ਮੈਂ ਬੜਾ ਇਮੋਸ਼ਨਲ ਬੰਦਾ ਹਾਂ ਕਿ ਬੈਲੈਂਸ ਨਹੀਂ ਰੱਖ ਸਕਦਾ ਮੈਂ ਆਪਣੇ ਇਮੋਸ਼ਨਸ ਦੇ ਵਿੱਚ। ਜਿਹੜੀ ਗੱਲ ਮੇਰੇ ਦਿਮਾਗ 'ਚ ਦਿਲ 'ਚ ਆਵੇ ਤੇ ਮੈਂ ਦੀਵਾਨਗੀ ਦੀ ਹੱਦ ਤੱਕ ਉਹਨੂੰ ਫੋਲੋ ਕਰਨਾ, ਜਿਹਨੂੰ ਕਹਿੰਦੇ ਨੇ ਕਰੇਜ਼। ਉਹ ਕਰੇਜ਼ ਕਦੀ ਤੇ ਜਿਹੜਾ ਮੈਨੂੰ ਉਹਦਾ ਫਾਇਦਾ ਵੀ ਹੁੰਦਾ ਕਿ ਜਿਹੜਾ ਮੈਂ ਆਪਣਾ ਕੰਮ ਹੈ ਨਾ ਉਹ ਬੜੇ ਵੇਲੇ ਨਾਲ ਕਰ ਲੈਣਾ। ਅਗਰ ਟਾਰਗੇਟ को मैं ਰੱਖ ਲੈਣਾ ਤੇ ਉਸ ਟਾਰਗੇਟ ਨੂੰ ਮੈਂ ਅਚੀਵ ਕਰਨ ਦੇ ਪਿੱਛੇ ਦੌੜ ਲਾ ਦੇਣਾ। ਕਈ ਵਾਰੀ ਫਿਰ ਨਾ ਉਹ ਦੀਵਾਨਗੀ ਜਿਹੜੀ ਨਾ ਕਰੇਜ਼ ਜਿਹੜਾ ਨਾ ਮੇਰੀ ਲਰਨਿੰਗ 'ਚ ਰੁਕਾਵਟ ਵੀ ਬਣਦਾ ਹੈ ਕਿ ਬੇਸ਼ੱਕ ਵਕਤ ਇਹ ਜਿਹੜਾ ਸਾਡਾ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ ਬ੍ਰੇਨ ਹੈ ਇਹ ਇੰਨੀ ਇਨਫੋਰਮੇਸ਼ਨ ਪ੍ਰੋਸੈਸ ਕਰਦਾ ਹੈ ਤੇ ਨਾ ਮੈਨੂੰ ਦਿਨ ਨੂੰ ਨੀਂਦ ਆਉਂਦੀ ਤੇ ਰਾਤ ਨੂੰ ਵੀ ਮੈਂ ਵੀ ਕਰ ਲਾਂ ਮੈਂ ਵੀ ਕਰ ਲਾਂ ਮੈਂ ਵੀ ਕਰ ਲਾਂ। ਫੋਕਸ ਨੂੰ ਰਹਿੰਦਾ ਮੈਂ। ਇਹ ਮੈਂ ਫੋਕਸ ਨਹੀਂ ਰਹਿੰਦਾ। ਜੇ ਧਿਆਨ ਹੋਇਆ ਅੱਲਾ ਵੱਲ ਵੀ ਅੱਲਾ ਬੜਾ ਗਫੂਰ ਰਹੀਮ ਹੈ ਉਹ ਕੋ ਮਾਫੀ ਮੰਗਣ ਕੀ ਦੀ ਨਮਾਜ਼ ਪੜ੍ਹਨ ਸ਼ੁਰੂ ਕੀਤੀ ਹੈ ਤੇ ਸ਼ੱਕ ਨਹੀਂ ਤੇ ਧਈਤਾਂ ਵੀ ਵਿੱਚ ਹੀ ਤੇ ਰੋਜ਼ੇ ਵੀ ਵਿੱਚ ਹੀ ਤੇ ਨਫਲੀ ਇਬਾਦਤਾਂ ਵੀ ਵਿੱਚ ਹੀ ਤੇ ਫਰਜ਼ੀ ਵੀ ਵਿੱਚ ਹੀ। ਨਾ ਕੋਈ ਸੁਨਨਤ ਛੱਡਣੀ ਹੈ ਤੇ ਤਸਬੀਹਾਂ ਹੱਥ 'ਚ ਤੇ ਲਾਲਾ ਲਾਲਾ ਹੋਈ ਹੁੰਦੀ ਹੈ ਕਿ ਜੀ ਅੱਜ ਕੱਲ੍ਹ ਰੰਧਾਵਾ ਸਾਹਿਬ ਜਿਹੜਾ ਨਾ ਬੜਾ ਰੱਬ ਦੇ ਨੇੜੇ ਹੋ ਗਏ ਨੇ। ਅੱਛਾ ਉਹ ਰਹਿੰਦਾ ਕੋਈ ਮਹੀਨਾ 2 ਮਹੀਨੇ 3 ਮਹੀਨੇ ਉਹ ਕੰਮ ਰਹਿੰਦਾ ਉਸ ਤੋਂ ਬਾਅਦ ਫੇਰ ਪਰਤ ਕੇ ਵਾਪਸ ਉੱਥੇ ਹੀ। ਇਸੇ ਤਰ੍ਹਾਂ ਤੁਸੀਂ ਅਗਰ ਪਾਕਿਸਤਾਨ ਦੀ ਸਿਆਸਤ ਦੀ ਗੱਲ ਕਰੋ ਸਨ ਨਾ 69 ਦੇ ਵਿੱਚ ਮੈਂ ਕਰਾਚੀ ਚਲਾ ਗਿਆ ਸਾਂ ਤੇ ਉਹ ਹਾਲੇ ਬਿਲਕੁਲ ਹੀ ਬਚਪਨ ਸੀ। ਤੇ 6ਵੀਂ 'ਚ ਮੈਂ ਉੱਥੇ ਪੜ੍ਹਿਆ ਜਾ ਕੇ ਦਾਖਲਾ ਲੈ ਲਿਆ ਜਿਸ ਵੇਲੇ ਤੇ ਉਦੋਂ ਤੋਂ ਮੇਰਾ ਲਿਟਰੇਚਰ ਨਾਲ ਬੜਾ ਹੀ ਤਅੱਲਕ ਹੈ। ਕਰਾਚੀ ਦੀ ਕੋ ਆਦਤਾਂ ਪੈ ਗਈਆਂ ਉਰਦੂ ਅੰਗਰੇਜ਼ੀ ਪੰਜਾਬੀ ਇਹ ਸਭ ਕੁਝ ਪੜ੍ਹਦੇ ਪੜ੍ਹਦੇ ਰਹੇ ਤੇ ਸਿਆਸਤ ਦੇ ਉੱਤੇ ਬੜੀ ਨਜ਼ਰ ਹੁੰਦੀ ਸੀ। ਉਹ ਸਿਆਸਤ ਦੇ ਵਿੱਚ ਉਸ ਜ਼ਮਾਨੇ ਵਿੱਚ ਕਰਾਚੀ ਵਿੱਚ ਜ਼ਿਆਦਾ ਜਮਾਤ ਇਸਲਾਮੀ ਦਾ ਹੋਲਡ ਹੁੰਦਾ ਸੀ ਤੇ ਇੰਟੀਰੀਅਰ ਸਿੰਧ ਦੇ ਜਿਹੜਾ ਪੀਪਲ ਪਾਰਟੀ ਹੁੰਦੀ ਸੀ। ਤੇ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਵੀ ਉਹ ਰੋਸ਼ਨੀਆਂ ਦਾ ਸਹੀ ਸ਼ਹਿਰ ਸੀ ਉਸ ਵੇਲੇ ਕਰਾਚੀ। ਅਸੀਂ ਤਾਂ ਦਿਨ ਬ ਦਿਨ ਪਿਛਾਂਹ ਨੂੰ ਗਏ ਆ ਬਸ। ਰੱਬ ਸਾਡੇ ਤੇ ਰੱਬ ਹੀ ਕਰਮ ਕਰੇ ਸਾਡੀਆਂ ਨਿਯਤਾਂ ਸਿੱਧੀਆਂ ਹੋ ਜਾਣ ਤੇ ਉਂਝ ਕੰਮ ਤੇ ਬਸ ਨਾ ਡਿਟੀਰੀਓਰੇਸ਼ਨ ਵਾਲੇ ਪਾਸੇ ਹੀ ਗਿਆ। ਖੈਰ ਮੈਂ ਗੱਲ ਕਰਨ ਡਿਆ ਸਿਆਸਤ ਤੇ ਬੜੀ ਗਹਿਰੀ ਨਜ਼ਰ ਇਸ ਤਰ੍ਹਾਂ ਰਹੀ ਕਿ ਮੈਂ ਉਸ ਵਕਤ ਤੋਂ ਲੈ ਕੇ ਤੇ 2000 ਤੱਕ ਸ਼ਾਇਦ ਮੈਂ कसम ही खा सकां, शायद कसम ही खा सकां कि मेरा ख्याल है कोई रात मेरी ऐसी नहीं सी ਹੁੰਦੀ ਕਿ ਮੈਂ ਸੌਣ ਤੋਂ ਪਹਿਲੋਂ ਮੈਂ ਕੋਈ ਇੱਕ ਸਫਾ ਦੋ ਸਫਾ ਤਿੰਨ ਸਫਾ ਕਿਤਾਬ ਨਾ ਪੜ੍ਹ ਲਈ ਹੋਵੇ। ਫਿਰ ਘਰ ਦੇ ਵਿੱਚ ਅੱਲਾਹ ਤਾਲਾ ਅਗਰੀ ਕੇ ਰਹਿਮਤ ਕਰੇ ਅੱਬਾ ਜੀ ਨੇ ਲਵਾਇਆ ਹੁੰਦਾ ਸੀ ਤਰਜਮਾනුਲ ਕੁਰਾਨ ਜਮਾਤ ਇਸਲਾਮੀ ਦਾ ਨਾ। ਉਹ ਵੀ ਕਦੀ ਪੜ੍ਹ ਲੈਣਾ ਉਹ ਪਿੰਡ 'ਚ ਹੀ ਲਵਾਇਆ ਹੁੰਦਾ ਸੀ ਅੱਬਾ ਜੀ ਨੇ। ਤੇ ਫਿਰ ਜਦੋਂ ਅਗਾਂਹ ਵੱਧਦੇ ਗਏ ਤੇ
ਇਹ ਕੋਈ ਕਿਤਾਬਾਂ, ਕੋਈ ਲਿਟਰੇਚਰ, ਕਦੀ ਕੋਈ, ਕਦੀ ਸ਼ੋਰਸ਼ ਕਸ਼ਮੀਰੀ ਸਾਹਿਬ ਦੀ ਪਸੇ ਦੀਵਾਰ ਜ਼ਿੰਦਾ, ਕਦੀ ਤਫਹੀਮੁਲ ਕੁਰਾਨ, ਤਰਜਮਾनुल कुरान, ਇਹ ਪੜ੍ਹਦੇ ਰਹੇ। ਫਿਰ ਬੜੇ ਗੌਰ ਨਾਲ ਅੱਖ ਮੇਰੀ ਜਿਹੜੀ ਹੈ ਨਾ, ਸ਼ੁਰੂ ਤੋਂ ਬੜੇ ਮੁਸ਼ਾਹਦੇ ਵਾਲੀ ਅੱਖ ਸੀ, ਧਿਆਨ ਰੱਖਦੀ ਸੀ ਵੀ ਇਹ ਹੋਣ ਡਿਆ ਤੇ ਕੀ ਹੋਣ ਡਿਆ ਤੇ ਕਿਉਂ ਹੋਣ ਡਿਆ, ਐਨਾਲਿਟੀਕਲ ਜਿਹਨੂੰ ਤੁਸੀਂ ਅੱਜ ਕੱਲ ਦੇ ਦੌਰ 'ਚ ਕਹਿੰਦੇ ਹੋ। ਪਰ ਮੈਂ ਉਹਦੇ ਵਿੱਚ ਆ ਕੇ ਤੇ ਵੇਖਿਆ ਹੀ ਕਿ ਜਿਹਨੂੰ ਆਂਦੇ ਨਾ ਘਟਦੀ ਦਾ ਪਹਿਰਾ ਹੈ। ਹੁਣ ਕਿੱਥੇ 76 77 ਤੇ ਕਿੱਥੇ ਉਹ ਬੰਗਲਾਦੇਸ਼ ਬਣਿਆ ਤੇ ਕਿੱਥੇ ਕੀ ਬਣਿਆ, ਉਹਦੇ ਅਵਾਮਿਲ ਕੀ ਸਨ, ਉਹਦੇ ਚ ਕੌਣ ਕਿੰਨਾ ਜ਼ਿੰਮੇਦਾਰ ਸੀ। ਮਿਹਣੇ ਤੇ ਤਾਨੇ ਅਸੀਂ ਤੇ ਦੇ ਥੱਕ ਗਏ, ਲੇਕਿਨ ਸਬਕ ਕੋ ਨਹੀਂ ਸਿੱਖਿਆ। ਸੱਚੀ ਗੱਲ ਹੈ, ਸਬਕ ਕੋ ਨਹੀਂ ਸਿੱਖਿਆ। ਬਹਰਹਾਲ ਉਹ ਵਕਤ ਲੰਘ ਗਿਆ। ਫਿਰ ਉਸ ਤੋਂ ਬਾਅਦ ਗੱਲ ਮੈਂ ਕੀ ਸ਼ੁਰੂ ਕੀਤੀ ਸੀ ਇਮੋਸ਼ਨਲ, ਮੈਂ ਬੈਲੈਂਸ, ਮੈਂ ਇਮੋਸ਼ਨਲੀ ਬੈਲੈਂਸਡ ਨਹੀਂ ਹੈਗਾ ਅਨਫੋਰਚੂਨੇਟਲੀ। ਇਹ ਮੇਰੀ ਵੀਕਨੈਸ ਹੈ, ਮੇਰਾ ਪਾਰਟ ਹੈ। ਮੈਂ ਅੱਗੇ ਨਾਲੋਂ ਬੜਾ ਬਿਹਤਰ ਹਾਂ, ਲੇਕਿਨ ਕਿਤੇ ਨਾ ਕਿਤੇ ਜਿਹੜਾ ਇਹ ਪ੍ਰੋਬਲਮ ਆ ਜਾਂਦਾ। ਜਨਰਲ ਜ਼ਿਆ ਸਾਹਿਬ ਜਿਹੜੇ ਨਾ, ਉਹਨਾਂ ਦੇ ਨਾਲ ਮੇਰੀ ਬੜੀ ਯਕੀਨਤ ਸੀ, ਬੜੀ ਯਕੀਨਤ ਸੀ। ਇਸ ਵਾਸਤੇ ਕਿ ਸਾਡੇ ਘਰ ਦੇ ਵਿੱਚ ਕੋਈ ਜਿਹੜਾ ਨਾ ਉਹ ਚੂੰਕਿ ਮਾਹੌਲ ਬੜਾ ਇਸਲਾਮੀ ਜਿਹਾ ਸੀ, ਤੇ ਅਸੀਂ ਸਾਰੇ ਹੀ ਆਨੇ ਹਾਂ ਵੀ ਜਨਰਲ ਸਾਹਿਬ ਜਿਹੜੇ ਨੇ ਇਸਲਾਮ ਦੇ ਬੜੇ ਨੇੜੇ ਨੇ, ਹੋਣਗੇ ਵੀ ਨੇੜੇ, ਟੁਰ ਗਏ ਨੇ, ਅੱਲਾਹ ਤਾਲਾ ਉਹਨਾਂ ਨੂੰ ਗਰੀਕ ਰਹਿਮਤ ਕਰੇ। ਲੇਕਿਨ ਵਕਤ ਦੇ ਨਾਲ ਨਾਲ ਹੌਲੀ 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 ਦੱਸਿਆ ਕਿ ਸਿਰਫ ਮੈਂ ਨਹੀਂ, ਸਾਡੀ ਕੌਮ ਵੀ ਬੜੀ ਜਜ਼ਬਾਤੀ ਹੈ। ਬਸ ਇੱਕ ਵਾਰੀ ਕੋ ਨਾਰਾ ਲੱਗ ਜੇ ਸਹੀ, ਪਤਾ ਹੈ ਨਾ ਜਿਹੜੇ ਲੋਕੀ ਸਿਆਣੇ ਨੇ, ਕ੍ਰਿਟੀਕਲ ਨੇ, ਉਹ ਉਹਨਾਂ ਨੂੰ ਪਤਾ ਵੀ ਇਹਨਾਂ ਦੀ ਕਮਜ਼ੋਰੀਆਂ ਕੀ ਹੈਗੀਆਂ ਨੇ। ਉਹਨਾਂ ਨੂੰ ਪਤਾ ਕਿ ਜਿੱਥੇ ਅੱਲਾ ਮੁਹੰਮਦ ਦਾ ਨਾਂ ਆ ਜਾਣਾ ਨਾ ਸੱਲੱਲਾਹੁ ਅਲੈਹਿ ਵਸੱਲਮ, ਉੱਥੇ ਤੇ ਇਹ ਕੌਮ ਹਰ ਸ਼ੈ ਛੱਡ ਕੇ ਲਾਂਬੇ ਹੋ ਜਾਂਦੀ ਹੈ। ਜਿੱਥੇ ਇਸਲਾਮ ਦਾ ਨਾਂ ਹੋਣਾ, ਹਰ ਸ਼ੈ ਛੱਡ ਕੇ ਇਸਲਾਮ ਦੇ ਦੁਆਲੇ ਹੋ ਜਾਣਾ। ਔਰ ਤੁਸੀਂ ਵੱਡੀ ਤੋਂ ਵੱਡੀ ਕੋਈ ਨਜ਼ਰੀਆ ਤੁਹਾਡਾ ਅਗਰ ਹੈ ਤੇ ਇਸ ਕੌਮ ਦਾ ਇਤਮਾਹੀ ਨਜ਼ਰੀਆ ਇਸਲਾਮ ਹੀ ਸੀ ਨਾ। ਉਸ ਇਸਲਾਮ ਦੇ ਨਜ਼ਰੀਏ ਨੂੰ, ਜਾਂ ਤਾਂ ਪਾਕਿਸਤਾਨ ਬਣਨ ਤੋਂ ਪਹਿਲੇ ਚਲੇ ਜਾਓ, ਹਿੰਦੂ ਨਜ਼ਰੀਏ ਨੂੰ, ਦੀਨੀ ਨਜ਼ਰੀਏ ਨੂੰ, ਪ੍ਰਸਤਸ਼ ਤੇ ਇਬਾਦਤ ਦੇ ਨਜ਼ਰੀਏ ਨੂੰ ਇਹਨਾਂ ਨੇ ਵਰਤਿਆ ਚੰਗਾ। ਅੰਗਰੇਜ਼ਾਂ ਨੇ ਨਾ, ਜਦੋਂ ਈਸਟ ਇੰਡੀਆ ਕੰਪਨੀ ਕਹਿੰਦੇ ਨਾ ਆ ਗਏ, ਇਹਨਾਂ ਨੇ ਆ ਕੇ ਤੇ ਇਹਨਾਂ ਵੇਖਿਆ ਵੀ ਇਹ ਕੌਮ ਜਿਹੜੀ ਹੈ ਨਾ, ਪਾਕਿਸਤਾਨ ਇੰਡੀਆ ਤੋਂ ਇਕੱਠਾ ਹੀ ਹੁੰਦਾ ਸੀ। ਇਹਨਾਂ ਨੂੰ ਅਗਰ ਛਿੱਤਰ ਪੌਲਾ ਕਰਨਾ ਤੇ ਇਹਨਾਂ ਨੂੰ ਵੰਡ ਦਿਓ। ਔਰ ਇਹਨਾਂ ਦੇ ਵੰਡਣ ਦਾ ਇੱਕੋ ਹੀ ਤਰੀਕਾ ਕਿ ਇਹਨਾਂ ਦੇ ਵੱਖਰੇ ਵੱਖਰੇ ਮੁਸਲਮਾਨਾਂ ਦੇ ਵੀ ਜਿਹੜੇ ਬਣਾ ਦਿਓ ਮੁਖਤਲਿਫ ਫਿਰਕੇ, ਇਹ ਔਰ ਇਸੇ ਤਰ੍ਹਾਂ ਦੂਸਰੇ ਜਿਹੜੇ ਹਿੰਦੂ ਨੇ ਜਾਂ ਸਿੱਖ ਨੇ, ਉਹਨਾਂ ਨੂੰ ਵੀ ਤੇ ਇਹਨਾਂ ਨੂੰ ਵੀ ਲੜਾ ਲੜਾ ਮਾਰ ਦਿਓ। ਕੋਈ ਚੌਧਰੀ ਉਦੋਂ ਮੁੱਲ ਲੈ ਲੇ, ਕੋਈ ਚੌਧਰੀ ਉਦੋਂ ਮੁੱਲ ਲੈ ਲੇ, ਵੱਖਰੇ ਵੱਖਰੇ ਲੰਬੜ ਬਣ ਗਏ, ਵੱਖਰੇ ਵੱਖਰੇ ਫਿਰਕੇ ਬਣ ਗਏ। ਔਰ ਇਹ ਫਿਰਕੇ ਸਿਰਫ ਸਾਡੇ 'ਚ ਨਹੀਂ, ਮੁਸਲਮਾਨਾਂ ਦੇ 'ਚ ਵੀ ਉਹ ਵੀ ਬਣ ਗਿਆ ਤੇ ਉਹ ਵੀ ਬਣ ਗਿਆ ਤੇ ਉਹ ਵੀ ਬਣ ਗਿਆ। ਇਹਨਾਂ ਦੇ ਹੱਥਾਂ 'ਚ ਫੜਾ ਦਿਓ ਮੋਹਰਾਂ ਤੇ ਇਹ ਕਾਫਰ ਆਖੀ ਜਾਣ ਕਿਸੇ ਨੂੰ, ਤੇ ਉਧਰ ਅਸੀਂ ਉਸ ਡੰਡੀ ਤੇ ਬੜਾ ਦੌੜੇ। ਔਰ ਅਸੀਂ ਕਦੀ ਪਰਤ ਕੇ ਵੇਖਿਆ ਵੀ ਨਹੀਂ। ਜਨਰਲ ਜ਼ਿਆ ਜਿਸ ਵੇਲੇ ਪਤਾ ਲੱਗਾ ਨਾ ਜੀ ਕਿ ਅਫਗਾਨਿਸਤਾਨ ਵਿੱਚ ਬੜਾ ਵੱਡਾ ਜਹਾਦ ਹੋਣ ਡਿਆ, ਔਰ ਉੱਥੇ ਇਹ ਕਰਤਾ ਜੀ, ਅਸੀਂ ਉਹ ਕਰਤਾ, ਕਸ਼ਮੀਰ ਦੇ ਵਿੱਚ ਬੜਾ ਜਹਾਦ ਹੋਣ ਡਿਆ, ਔਰ ਫਲਾਣੀ ਜਗ੍ਹਾ ਤੇ ਬੜਾ ਜਹਾਦ ਹੋਣ ਡਿਆ, ਬੜੇ ਅਸੀਂ ਵੀ ਬੜੇ ਜਜ਼ਬਾਤੀ ਸਨ। ਔਰ ਇਹ ਕੌਮ ਨੇ ਆਪਣੇ ਕੌਮ ਦੇ ਬੱਚੇ ਵੱਡੇ ਤਿਆਰ ਕਰ ਕਰਕੇ ਕਦੀ ਉਧਰ ਕੱਲੇ ਕਦੀ ਉਧਰ ਕੱਲੇ, ਪ੍ਰੋਕਸੀ ਵਾਰ ਦੇ ਜ਼ਰੀਏ ਅਸੀਂ ਯਾਦ ਕਰਨ ਡਏ ਹਾਂ, ਇਹ ਕਰਨ ਡਏ ਹਾਂ, ਉਹ ਕਰਨੇ ਆ। ਕਸ਼ਮੀਰ ਵੀ ਉੱਥੇ ਖਲੋਤਾ ਹੈ, ਅਫਗਾਨਿਸਤਾਨ ਦੇ ਵਿੱਚ ਵੀ ਉਹ ਫਤੂਰ ਪਿਆ, ਉਹ ਫਤੂਰ ਪਿਆ। ਅਸੀਂ ਜਦੋਂ ਆਨੇ ਆ ਨਾ ਅਫਗਾਨਿਸਤਾਨ ਦੇ ਤਾਲਿਬਾਨ ਦੀ ਬੜੀ ਗੱਲ ਹੈ ਤੇ ਬੜੀ ਬਾਤ ਹੈ ਤੇ ਉਹ ਜਿੱਤ ਗਏ। ਯਾਰ ਜਿੱਤ ਤੇ ਉਹ ਗਏ, ਕੀ ਜਿੱਤੇ, ਪੱਲੇ ਤੇ ਸ਼ਾਇਦ ਕੋਣ ਹੀ ਰਹਿ ਗਈ ਉੱਥੇ। ਉੱਥੇ ਦੇ ਪਹਾੜ ਕੀ ਤੇ ਉੱਥੇ ਦੀ ਜ਼ਮੀਨਾਂ ਕੀ ਤੇ ਹਰ ਸ਼ੈ ਜਿਹੜੀ ਤਬਾਹ ਬਰਬਾਦ ਹੋ ਗਈ। ਇੱਟ ਨਾਲ ਇੱਟ ਵਜਾਤੀ ਤੇ ਅਲਟੀਮੇਟਲੀ ਅਸੀਂ ਬੜੇ ਰਾਜ਼ੀ ਹੁੰਦੇ ਹਾਂ ਕਿ ਅਸੀਂ ਜਿਹੜਾ ਨਾ ਤੁੰਨ ਕੇ ਰੱਖਿਆ ਉਹਨਾਂ ਨੂੰ। ਔਰ ਸਾਡੇ ਉਹ ਪਠਾਨ ਭਰਾ ਇਸ ਗੱਲ ਤੇ ਬੜੇ ਖੁਸ਼ ਹੁੰਦੇ ਨੇ, ਇਹ ਬੜੇ ਹੁਰੀਅਤ ਪਸੰਦ ਨੇ, ਇਹਨਾਂ ਦੇ ਵਿੱਚ ਬੜੀ ਆਜ਼ਾਦੀ ਦਾ ਜਜ਼ਬਾ ਹੈ। ਇਹ ਬਹਿ ਜਾ ਕਰਾ ਦਿੰਦੇ ਨੇ, ਜਿਹੜਾ ਇਹਨਾਂ ਦਾ ਨੇੜੇ ਆ ਉਹ ਤਬਾਹ ਹੋ ਗਿਆ। ਔਰ ਇਹ ਵੇਖੋ ਬੜੀਆਂ ਬੜੀਆਂ ਸੁਪਰ ਤਾਕਤਾਂ ਨੂੰ ਸ਼ਿਕਸਤ ਦੇ ਦੇਣੀ ਹੈ। ਯਾਰ ਕਿਹੜੀ ਖਾਮ ਖਿਆਲੀ ਚ। ਹੁਣ ਆ ਕੇ ਪਤਾ ਲੱਗਦਾ ਹੈ ਕਿ ਕਾਹਦਾ ਇਸਲਾਮ ਦੇ ਨਾਰੇ ਤੇ ਕਾਹਦੇ ਮੁਜਾਹਿਦ ਦੇ ਨਾਰੇ। ਗੱਲ ਤੇ ਇਹ ਆ ਕਿ ਇਸਲਾਮ ਹੈ ਇਨਸਾਨੀਅਤ ਲਈ, ਸਿਰਫ ਮੁਸਲਮਾਨੀਅਤ ਲਈ ਨਹੀਂ, ਨੰਬਰ 1। ਨੰਬਰ 2, ਦੁਨੀਆ ਦੇ ਕਿਸੇ ਖਿੱਤੇ 'ਚ ਭਾਵੇਂ ਇਨਸਾਨ ਤੇ ਭਾਵੇਂ ਜਾਨਵਰ, ਜਿਹੜੀ ਸ਼ਾਦੀ ਵੀ ਜ਼ੁਲਮ ਹੁੰਦਾ ਹੈ, ਤੁਹਾਨੂੰ ਦਰਸ ਇਹ ਦਿੱਤਾ ਜਾਂਦਾ ਕਿ ਉਹਦੀ ਹਿਫਾਜ਼ਤ ਕਰੋ। ਇਹ ਕੀ ਗੱਲ ਹੋਈ ਵੀ ਫਲਾਣੀ ਜਗ੍ਹਾ ਤੇ ਫਲਾਣਾ ਜਿਹੜਾ ਉਹਦਾ ਮਜ਼ਹਬ ਆ ਤੇ ਉਹਦੀ ਬੁਨਿਆਦ ਤੇ ਉਹਦੇ ਨਾਲ ਜ਼ੁਲਮ ਹੋਣ ਡਿਆ, ਤੇ ਉਹ ਤੇ ਜ਼ੁਲਮ ਹੋਣ ਡਿਆ ਤੇ ਦੂਸਰੇ ਤੇ ਜ਼ੁਲਮ ਨਹੀਂ ਹੋਣ ਡਿਆ। ਉਹ ਭਾਈ ਜਿੱਥੇ ਜਿੱਥੇ ਇਨਸਾਨੀਅਤ ਤੇ ਜ਼ੁਲਮ ਹੈ ਉਹਦੇ ਖਿਲਾਫ ਖਲੋਣਾ
ਜਿੰਨੇ ਜੋਗੇ ਹੋ ਤੁਸੀਂ, ਉਹ ਤੁਹਾਡਾ ਸਾਰਿਆਂ ਦਾ ਕੰਮ ਹੈ। ਇਹ ਨਹੀਂ ਹੈਗਾ ਕਿ ਅਸੀਂ ਠੇਕੇਦਾਰ ਸਿਰਫ ਇੱਕ ਗਰੁੱਪ ਦੇ ਹੈਗੇ ਆ ਤੇ ਦੂਸਰੇ ਦੇ ਨਾਲ ਸਾਡਾ ਵਾਹ ਕੋਈ ਨਹੀਂ। ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਮਹੱਲੇ ਦੇ ਵਿੱਚ, ਇੱਕ ਬਾਜ਼ਾਰ ਦੇ ਵਿੱਚ, ਇੱਕ ਗਲੀ ਦੇ ਵਿੱਚ ਖੁਦਾ ਨਖਾਸਤਾ ਕੋ ਖਤਮ ਜਾਣ ਰਹੀ ਹੈ, ਉਹ ਮੁਸਲਮਾਨ ਹੈ ਤੇ ਉਹਦੀ ਇੱਜ਼ਤ ਸਾਡੇ ਵਾਸਤੇ ਜ਼ਿਆਦਾ ਪਿਆਰੀ ਹੈ, ਤੇ ਜੇ ਕੋਈ ਦੂਸਰੇ ਕਿਸੇ ਮਜ਼ਹਬ ਦੀ ਹੈਗੀ ਤੇ ਉਹ ਨਹੀਂ ਪਿਆਰੀ। ਅਗਰ ਮਜ਼ਲੂਮ ਹੈ ਤੇ ਮਜ਼ਲੂਮ ਦਾ ਪੈਮਾਨਾ ਕੋਈ ਪੈਮਾਨਾ ਨਹੀਂ ਹੈਗਾ, ਮਜ਼ਲੂਮ ਸਾਰੇ ਇੱਕੋ ਜਿਹੇ ਹੀ ਨੇ। ਤੇ ਜਿੱਥੇ ਜ਼ੁਲਮ ਹੁੰਦਾ ਉਹ ਜ਼ੁਲਮ ਦੇ ਖਿਲਾਫ ਖਲੋਵੋ। ਸਾਨੂੰ ਜ਼ੁਲਮ ਸਿਰਫ ਉੱਥੇ ਨਜ਼ਰ ਆਉਂਦਾ ਜਿੱਥੇ ਸਾਡੇ ਭੈਣ ਭਰਾ ਕਿਤੇ ਜਿਹੜਾ ਨੇ ਇਹਨਾਂ ਨੂੰ ਕੁੱਟ ਪੈਂਦੀ ਹੋਵੇ। ਇੱਕ ਤੇ ਏਡਾ ਇਮੋਸ਼ਨਲੀ ਬੈਲੈਂਸ ਆਪਣੇ ਆਪ ਨੂੰ ਕਰਨ ਦੀ ਜ਼ਰੂਰਤ ਹੈ। ਏਡਾ ਭੁੜਕ ਡੰਡਿਆਂ ਪਾਰ ਕੇ ਯਾ ਹੋ ਗਿਆ, ਯਾ ਹੋ ਗਿਆ, ਲਾਲਾ ਲਾਲਾ ਹੋ ਗਈ। ਔਰ ਤੁਸੀਂ ਯਕੀਨ ਨਹੀਂ ਮੰਨਦੇ ਕਿ ਸਾਡੀ ਇੰਨੀ ਅਟੈਚਮੈਂਟ ਸੀ ਜਨਰਲ ਸਾਹਿਬ ਦੇ ਨਾਲ। ਜਨਰਲ ਸਾਹਿਬ ਨੇ ਜਨਾਬੇ ਅਲੀ ਉੱਥੇ ਜਿਸ ਵੇਲੇ ਉਹਨਾਂ ਦਾ ਤੀਆਰਾ ਕ੍ਰੈਸ਼ ਕੀਤਾ ਨਾ, ਅੱਲਾਹ ਤਾਲਾ ਬਖਸ਼ੇ ਉਹਨਾਂ ਨੂੰ, ਇੰਨਾ ਮੈਂ ਰੋਇਆ, ਇੰਨਾ ਮੈਂ ਰੋਇਆ। ਮੈਂ ਕਿਹਾ ਯਾਰ ਇੰਜ ਜਿਵੇਂ ਕਿ ਇਸਲਾਮ ਤੇ ਉਂਝ ਹੀ ਮੁੱਕ ਗਿਆ। ਓਹੋ, ਹੌਲੀ 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 ਅੱਜ ਵੀ ਇਸਲਾਮ ਉੱਥੇ ਖਤਰੇ 'ਚ ਹੈ। ਹਰ ਜਗ੍ਹਾ ਤੇ ਖਤਰੇ 'ਚ, ਹਰ ਜਗ੍ਹਾ ਤੇ ਕੁੱਟ ਪੈਣ ਡਈ ਹੈ। ਔਰ ਕੀ ਮਸਲਾ ਹੈ, ਜਦੋਂ ਜੰਮੇ ਆ ਤੇ ਲਾਊਡ ਸਪੀਕਰਾਂ 'ਚ ਇੱਕ ਮਸੀਤ 'ਚੋਂ ਕੁਝ ਹੋਰ ਕੁ ਦੱਸਣ ਡਿਆ, ਦੂਸਰੀ 'ਚ ਕੋਈ ਹੋਰ ਦੱਸਣ ਡਿਆ। ਇਹ ਬ੍ਰੌਡਕਾਸਟ ਸਾਡੇ ਕੋਲ ਤੇ ਬਾਅਦ 'ਚ ਆਈ ਹੈ ਨਾ, ਹੁਣ ਇੰਟਰਨੈਟ 'ਚ। ਤੇ ਆ ਸਾਡੇ ਮਦਰਸਿਆਂ ਵਿੱਚ ਜਾਂ ਗੁਰਦੁਆਰਿਆਂ ਵਿੱਚ ਜਾਂ ਜਿਹੜੇ ਮੰਦਿਰ ਨੇ, ਇਹਨਾਂ ਕੋਲ ਤੇ ਬੜੀ ਦੇਰ ਦੇ ਲਾਊਡ ਸਪੀਕਰ ਆ ਗਏ ਨੇ। ਬਸ ਉਹ ਇੱਕ ਬੰਦਾ 200 400 ਬੰਦੇ ਨੂੰ ਸੁਣਾ ਦਿੰਦਾ ਸਵੇਰੇ ਉੱਠ ਕੇ, ਤੂੰ ਇੱਧਰ ਨੂੰ ਜਾ ਤੇ ਤੂੰ ਇੱਧਰ ਨੂੰ ਜਾ ਤੇ ਤੂੰ ਇੱਧਰ ਨੂੰ ਜਾ। ਜਿਸ ਵੇਲੇ ਸਾਰਾ ਕੰਮ ਚੱਲਦਾ ਹੈ ਤੇ ਅਲਟੀਮੇਟਲੀ ਇੰਤਸ਼ਾਰ ਦਾ ਸਬਬ ਬਣਦੇ ਨੇ। ਔਰ ਜਦੋਂ ਇੰਤਸ਼ਾਰ ਦਾ ਸਬਬ ਬਣਦੇ ਨੇ ਨਾ, ਇਨਸਾਨੀਅਤ ਤੇ ਜ਼ੁਲਮ ਹੁੰਦਾ ਹੈ। ਈਸਟ ਇੰਡੀਆ ਕੰਪਨੀ ਵਾਲੇ ਆ ਗਏ, ਜ਼ਾਹਿਰ ਹੈ ਤੁਸੀਂ ਉਹਨਾਂ ਨੂੰ ਮੌਕਾ ਆਪਣੀ ਕਮਜ਼ੋਰੀ ਦੀ ਵਜ੍ਹਾ ਤੋਂ ਦਿੱਤਾ, ਉਹ ਆਏ। ਉਹਨਾਂ ਦੀ ਅੱਖ ਕਾਹਦੇ ਸੀ? ਉਹ ਜ਼ਿਆਦਾ ਐਜੂਕੇਟਡ ਸਨ। ਉਹਨਾਂ ਦਾ ਖਿਆਲ ਇਹ ਸੀ ਕਿ ਇਹਨਾਂ ਦੇ ਵਸਾਇਲ, ਜਿਹੜੀ ਇੰਡੀਅਨ ਸਬ ਕੰਟੀਨੈਂਟ ਦੀ ਫੂਡ ਬਾਸਕਟ ਹੈ, ਇਹਨੂੰ ਅਸੀਂ ਇਸਤੇਮਾਲ ਕਰੀਏ। ਤੇ ਯਾਰ ਉਹਨਾਂ ਤੁਹਾਡੇ ਨਾਲ ਕਿੰਨਾ ਕੁ ਵਾਅਦਾ ਕਰ ਲਿਆ ਸੀ, ਕਿੰਨਾ ਕੁ ਵਾਅਦਾ ਕਰ ਲਿਆ ਸੀ। ਅੱਜ ਵੀ ਤੁਸੀਂ ਉਸੇ ਹੀ ਕਰਾਚੀ ਤੋਂ ਲੈ ਕੇ ਤੇ ਲੰਡੀ ਕੋਤਲ ਤੱਕ ਰੇਲਵੇ ਟ੍ਰੇਨ ਤੇ ਜਾਂਦੇ ਹੋ, ਜਿਹੜੇ ਟਰੈਕ ਉਹਨਾਂ ਵਿਛਾਏ ਨੇ। ਅੱਜ ਵੀ ਤੁਸੀਂ ਉਹਨਾਂ ਨਹਿਰਾਂ, ਉਹਨਾਂ ਦਰਿਆਵਾਂ ਤੋਂ ਜਿਹੜੀਆਂ ਨਹਿਰਾਂ ਕੱਢੀਆਂ ਨਾ, ਉਸੇ ਤੇ ਪਾਣੀ ਲਾਉਂਦੇ ਹੋ ਤੇ ਆਪਸ ਦੇ ਵਿੱਚ ਛਿੱਤਰ ਪਤਾਉਣ ਕਰਦੇ ਹੋ ਤੇ ਬੰਦੇ ਮਾਰੀ ਜਾਂਦੇ ਹੋ ਜੀ, ਮੇਰਾ ਪਾਣੀ ਵੱਧ ਲੱਗ ਗਿਆ ਤੇ ਤੇਰਾ ਪਾਣੀ ਘੱਟ ਲੱਗ ਗਿਆ। ਅੱਜ ਵੀ ਕਦੀ ਬਜ਼ੁਰਗਾਂ ਕੋਲ ਬਹਿ ਕੇ ਵੇਖੋ ਤੇ ਕਹਿੰਦੇ ਜਿਹੜਾ ਇਨਸਾਫ ਅੰਗਰੇਜ਼ ਦੇ ਦੌਰ ਸੀ ਨਾ, ਉਹ ਇਨਸਾਫ ਅੱਜ ਨਹੀਂ ਹੈਗਾ। ਇਹਦਾ ਮਤਲਬ ਇਹ ਹੈ ਕਿ ਸਾਨੂੰ ਪਹਿਲੋਂ ਉਹਨਾਂ ਵਰਤਿਆ ਆਪਸ ਵਿੱਚ ਛਿੱਤਰ-ਪੌਲਾ ਕਰਾ ਕੇ, ਲੜਾ ਕੇ ਕਿ ਜੀ ਤੇਰਾ ਦੀਨ ਹੋ ਤੇ ਮੇਰਾ ਦੀਨ, ਸਾਨੂੰ ਇਨਸਾਨੀਅਤ ਵੈਸੇ ਹੀ ਭੁਲਾ ਦਿੱਤੀ। ਔਰ ਫਿਰ ਹੌਲੀ ਹੌਲੀ ਅੱਗੇ ਜਿਸ ਵੇਲੇ ਕੰਮ ਚੱਲਦਾ ਰਿਹਾ, ਫਿਰ ਸਾਨੂੰ ਵਰਤਣ ਵਾਲੇ ਪਾਕਿਸਤਾਨ ਬਣਨ ਤੋਂ ਬਾਅਦ, ਇੰਡੀਆ ਤੋਂ ਬਣਨ ਤੋਂ ਬਾਅਦ, ਇੱਕ ਪਾਸੇ ਜਨਾਬ ਉਹ ਆ ਗਏ ਜਿਹੜੇ ਖਾਲਿਸਤਨ ਹਿੰਦੂ ਮਜ਼ਹਬ, ਇੱਧਰ ਆ ਗਏ ਖਾਲਿਸਤਨ ਮੁਸਲਮਾਨ, ਜਿਹੜੇ ਆਪਣੇ ਆਪ ਨੂੰ, ਇਹਨਾਂ ਨੇ ਵੀ ਸਪੀਕਰ ਚੁੱਕ ਲਏ, ਤੁਸੀਂ ਤੁਹਾਨੂੰ ਮਾਰ ਦੇਣਾ, ਤੁਹਾਨੂੰ ਮਾਰ ਦੇਣਾ। ਕਿੱਥੇ ਰਹਿ ਗਈ ਟੈਕਨੋਲੋਜੀ, ਕਿੱਥੇ ਰਹਿ ਗਈ ਪੜ੍ਹਾਈ? ਤਾਲੀਮ ਦਾ ਉਹ ਨਿਜ਼ਾਮ ਜਿਹੜਾ 1947 ਤੋਂ ਬਾਅਦ ਦਿੱਤੇ ਅਸੀਂ ਇਨਹੈਰਿਟ ਕੀਤਾ ਸੀ ਨਾ, ਇਹ ਕਿਤੇ ਇਹਦੇ ਨਾਲੋਂ ਚੰਗਾ ਸੀ ਜਿਹੜਾ ਹੁਣ ਹੈ। ਉੱਥੇ ਚ ਜਿਹੜਾ ਤੁਹਾਡਾ ਸਿਲੇਬਸ ਸੀ, ਕਰਿਕੂਲਮ ਸੀ, ਉਹ ਸਟਿਮੂਲੇਟਰੀ ਥਿੰਕਿੰਗ ਬੱਚਿਆਂ ਦੇ ਵਿੱਚ ਜਿਹੜਾ ਪੈਦਾ ਕਰਦਾ ਸੀ, ਐਨਾਲਿਟੀਕਲ ਬੱਚਿਆਂ ਨੂੰ ਬਣਾਉਂਦਾ ਸੀ। ਕਦੀ ਵੇਖੀ ਸਾਡੀ ਕਦੀ ਕੋਈ ਖੁਲਾਸਾ ਕਿ ਜੀ ਮੈਥਮੈਟਿਕਸ ਦੀ ਕਿਤਾਬ ਤੇ ਸਵਾਲ ਨਹੀਂ ਹੱਲ ਹੁੰਦਾ ਤੇ ਬੱਚੇ ਨੂੰ ਖੁਲਾਸਾ, ਖੁਲਾਸਾ ਗੁਨਾਹ ਸਮਝਿਆ ਜਾਂਦਾ ਸੀ। ਇਸੇ ਤਰ੍ਹਾਂ ਫਿਰ ਕਦੀ ਟਿਊਸ਼ਨ ਦਾ ਵੀ ਨਾਂ ਸੁਣਿਆ ਸੀ। ਉਸ ਤੋਂ ਬਾਅਦ ਜਿਸ ਵੇਲੇ ਸਰਕਾਰੀ ਅਦਾਰੇ ਹੌਲੀ 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 ਨਾਕਾਮ ਹੋਣਾ ਸ਼ੁਰੂ ਹੋ ਗਏ, ਔਰ ਕਿੰਨਾ ਕੀਤੇ ਨਾਕਾਮ? ਇਹਨਾਂ ਸਾਰਿਆਂ ਚੌਰੀਆਂ ਕੀਤੇ ਜਿਹੜੇ ਅੱਜ ਵੀ ਸਾਡੇ ਸਿਰ ਤੇ ਬੈਠੇ ਨੇ। ਅੱਲਾ ਇਹਨਾਂ ਨੂੰ ਹਦਾਇਤ ਦੇਵੇ। ਅਸੀਂ ਇਹਨਾਂ ਨੂੰ ਕੀ ਆਖਣਾ, ਰੱਬ ਇਹਨਾਂ ਨੂੰ ਪੁੱਛੇਗਾ। ਇਹ ਸਾਡੇ ਉਹ ਲੋਕ ਨੇ ਜਿਨ੍ਹਾਂ ਨੇ ਰਫਤਾ 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 ਜਨਾਬ ਇਸ ਇਹਨਾਂ ਦੇ ਇਹ ਇਦਾਰੇ ਨੂੰ ਤਬਾਹ ਕਰ ਛੜਿਆ। ਨਿਜ਼ਾਮ ਸਿਹਤ ਗਿਆ, ਨਿਜ਼ਾਮ ਤਾਲੀਮ ਗਿਆ, ਨਿਜ਼ਾਮ ਇਨਸਾਫ ਗਿਆ। ਯਾਰ ਸਾਡੇ ਕੋਲ ਲਹੂ ਕੀ ਹੋ ਤੁਸੀਂ? ਇੱਕ ਦਿਨ ਮੈਂ ਵੀਡੀਓ ਸੁਣ ਰਿਹਾ ਸੀ, ਸਿੱਖ ਸੀ ਕੋਈ ਇੱਥੋਂ ਦਾ, ਪੰਜਾਬ ਦਾ, ਤੇ ਉਹ ਸੋਸ਼ਲ ਮੀਡੀਆ ਤੇ ਸ਼ੇਅਰ ਹੋਈ ਸੀ। ਉਹਨੇ ਆਖਿਆ ਹੋਇਆ ਕਰਜ਼ਾ ਸਾਡਾ, ਅਸੀਂ ਮਾੜੇ ਚੰਗੇ, ਕੋਈ ਕਿਲੇ ਦਾ ਮਾਲਕ ਹੈ, ਕੋਈ 2 ਕਿੱਲਿਆਂ ਦਾ, ਕੋਈ 3 ਕਿੱਲਿਆਂ ਦਾ ਮਾਲਕ ਹੈ। ਇਹ ਕਰਜ਼ਾ ਸਾਡੇ ਤੇ ਜਿਹੜਾ ਅਰਬਾਂ ਰੁਪਈਏ ਚੜਿਆ ਹੈ, ਇਹ ਅਸੀਂ ਖਾਧਾ ਹੈ। ਖਾਧਾ ਉਹਨਾਂ ਨੇ ਜਿਨ੍ਹਾਂ ਨੇ ਕੁਰਾਨ ਨੇ ਸ਼ੁਰੂ ਤੋਂ, ਇੱਕ ਆ ਗਿਆ, ਦੂਸਰਾ ਆ ਗਿਆ, ਤੀਸਰਾ ਆ ਗਿਆ, ਚੌਥਾ ਆ ਗਿਆ, ਇਹਨਾਂ ਦੀਆਂ ਤੇ ਵਾਰੀਆਂ ਨਹੀਂ ਮੁੱਕਦੀਆਂ। ਚਲੋ ਆ ਗਏ ਜੀ, ਚਲੋ ਅੱਲਾਹ ਤਾਲਾ ਹੁਣ ਤੁਹਾਨੂੰ ਹਦਾਇਤ ਦੇਵੇ। ਹੁਣ ਜੇ ਘੜੀ ਮੁੜੀ ਆ ਜਾਂਦੇ ਹੋ, ਲੇਕਿਨ ਆਉਂਦੇ ਕਿਵੇਂ ਹੋ ਯਾਰ? ਫਿਰ ਸੋਚੋ ਇਸ ਗੱਲ ਤੇ, ਇਸ ਕੌਮ ਤੇ ਕੋ ਰਹਿਮ ਕਰੋ, ਰੱਬ ਦਾ ਖੌਫ ਖਾਓ ਤੁਸੀਂ। ਇਹ ਜਜ਼ਬਾਤੀ ਪਹਿਲੂ ਆਪਣੀ ਵੀਕਨੈਸ ਮੈਂ ਦੱਸਣ ਡਿਆ ਕਿ ਜਨਰਲ ਜ਼ਿਆ ਸਾਹਿਬ ਨੂੰ ਵੇਖਿਆ, ਫਿਰ ਅਸੀਂ ਵੇਖਿਆ ਕਿ ਇਸਲਾਮੀ ਜਮਹੂਰੀ ਧਾਤ ਬਣ ਗਿਆ ਜੀ। ਉਹ ਜੀ ਬੇਨਜ਼ੀਰ ਜਿਹੜੀ ਹੈ, ਉਹ ਤੇ ਬੜੀ ਫਲਾਣੀ ਹੈ, ਟਮਕਾਣੀ ਹੈ। ਇਹਦਾ ਅੱਬਾ ਵੀ ਸ਼ਰਾਬ ਪੀਂਦਾ ਸੀ,
और ये ਜਿਹੜੀ ਇਹ ਪਤਾ ਨਹੀਂ ਕੀ ਕਿੱਥੋਂ ਦੀ ਹੈਗੀ ਆ ਗਈ ਹੈ ਤੇ ਇਹ ਕਰਤਾ ਇਸਲਾਮੀ ਜਮਹੂਰੀ ਤੌਰ ਬਣਾ ਤੁਹਾਨੂੰ ਪਤਾ ਭੁੱਟੋ ਸਾਹਿਬ ਨੂੰ ਕਿਹਨੇ ਲਾਇਆ ਸੀ? ਭੁੱਟੋ ਸਾਹਿਬ ਨੂੰ 9 ਸਿਤਾਰਿਆਂ ਲਾਇਆ ਸੀ, ਜਿਹਦੇ ਵਿੱਚ ਸਾਰੇ ਹੀ ਸਾਡੇ ਜਿਹੜੇ ਰਾਹਬਰ ਤੇ ਰਹਿਨੁਮਾ, ਜਿਨ੍ਹਾਂ ਦੀ ਬਦੌਲਤ ਜਿਹੜੇ ਸਾਡੇ ਅਣਜਾਣਿਆਂ ਦੇ ਕੰਨਾਂ 'ਚ ਬਾਂਗਾਂ ਦਿੰਦੇ ਨੇ, ਜਿਹੜੇ ਸਾਡੇ ਨਿਕਾਹ ਕਰਾਉਂਦੇ ਨੇ, ਜਿਹੜੀ ਸਾਡੇ ਜਨਾਜ਼ੇ ਪੜ੍ਹਾਉਂਦੇ ਨੇ ਨਾ, ਇਹਨਾਂ ਨੇ ਸਾਰਿਆਂ ਕੱਟ ਕੇ ਤੇ ਭੁੱਟੋ ਸਾਹਿਬ ਨੂੰ ਪਰਾਂ ਮਾਰਤਾ ਸੀ। ਅੱਜ ਵੀ ਰੌਲਾ ਜਿਹੜਾ 76 77 ਸਾਲ ਬਾਅਦ ਇਹ ਪਿਆ ਕਿ ਜੀ ਉਹ ਬੰਗਲਾਦੇਸ਼ ਬਣ ਕਿਵੇਂ ਗਿਆ ਸੀ। ਉਹ ਭਾਈ ਬੰਗਲਾਦੇਸ਼ ਕਿਵੇਂ ਬਣ ਗਿਆ? ਨਾ ਇਨਸਾਫੀ ਤੋਂ ਬਣਿਆ। ਔਰ ਜਿੱਥੇ ਨਾ ਇਨਸਾਫੀ ਹੋਏਗੀ ਉੱਥੇ ਬਗਾਵਤ ਹੋਏਗੀ, ਜਿੱਥੇ ਬਗਾਵਤ ਹੋਏਗੀ ਉਹ ਇਲਾਕਾ ਤੁਹਾਡੇ ਕੋਲ ਨਹੀਂ ਰਹੇਗਾ। ਔਰ ਇਹੋ ਹੀ ਕੰਮ ਹੋਣ ਡਿਆ। ਤੁਸੀਂ ਇਨਸਾਫ ਦੇਣਾ ਸ਼ੁਰੂ ਕਰ ਦਿਓ, ਸਾਰੇ ਲੋਕੀ ਤੁਹਾਡੇ ਨਾਲ ਜੁੜ ਜਾਣਗੇ। ਕਦੀ ਗਏ ਹੋ ਪਿੰਡਾਂ ਦੇ ਵਿੱਚ? ਇੱਕ ਉਹਨੇ ਮਾਰਤਾ ਤੇ ਇੱਕ ਦੂਸਰੇ ਨੇ ਮਾਰਤਾ, ਉਹਨੇ ਫਿਰ ਉਹਦਾ ਮਾਰਤਾ, ਉਹਨੇ ਫਿਰ ਉਹਦਾ ਮਾਰਤਾ। ਕੀ ਰੌਲਾ ਹੈ? ਜ਼ਨ ਜ਼ਰ ਜ਼ਮੀਨ, ਕੀ ਰੌਲੇ ਨੇ? ਜ਼ਨ ਦੇ ਐਡੇ ਰੌਲੇ ਨਹੀਂ ਰਹਿ ਗਏ ਉੱਥੇ, ਹੁਣ ਆ ਗਏ, ਹੁਣ ਤੇ ਆ ਗਏ, ਹੁਣ ਉੱਥੇ ਜ਼ਮੀਨਾਂ ਦੇ ਰੌਲੇ, ਪਾਣੀ ਲਾਉਣ ਦੇ ਰੌਲੇ। ਕੀ ਹੈ? ਮੈਂ ਚੱਲਿਆ ਜੀ ਆਪਣੇ ਪਟਵਾਰੀ ਕੋ, ਮੈਂ 30 ਮਰਬੇ ਜ਼ਮੀਨ ਅਲਾਟ ਕਰਾ ਲੈਂਦੀ, ਮੇਰਾ ਹੱਥ ਪੈ ਗਿਆ। ਉਹਦੇ ਬਦਲੇ ਤੁਹਾਨੂੰ ਉਹਨੇ ਕੀ ਲਿਆ? ਉਹੋ ਹੀ ਜੋ ਅੰਗਰੇਜ਼ ਇਹਨਾਂ ਕੋਲ ਲੈਂਦਾ ਸੀ, ਜਿਨ੍ਹਾਂ ਦੇ ਮੁਖਤਲਿਫ ਅੱਗੇ ਨਾਂ ਨੇ। ਹੁਣ ਮੈਂ ਇੱਜ਼ਤ ਦੀ ਖਾਤਰ ਉਹਨਾਂ ਦਾ ਨਾਂ ਬਾਰ-ਬਾਰ ਨਹੀਂ ਲੈਂਦਾ। ਹੁਣ ਅਗਲੀ ਨਸਲਾਂ ਸ਼ਾਇਦ ਠੀਕ ਹੋ ਗਈਆਂ, ਹੁਣ ਕਿਸੇ ਨੂੰ 100 ਮੁਰੱਬਾ, ਕਿਸੇ ਨੂੰ 200 ਮੁਰੱਬਾ, ਕਿਸੇ ਨੂੰ 300 ਮੁਰੱਬਾ। ਆਹਾ, ਇਹ ਚੀਜ਼ਾਂ ਉਹ ਭਾਈ ਇਸਲਾਮ ਇਹ ਆ ਕਿ ਪੂਰੀ ਇਨਸਾਨੀਅਤ ਦੀ ਖਿਦਮਤ ਹੈ, ਪੂਰੀ ਇਨਸਾਨੀਅਤ ਦੀ। ਇਹ ਖਿਦਮਤ ਨਹੀਂ ਹੈਗੀ ਕਿ ਤੁਸੀਂ ਮੁਸਲਮਾਨਾਂ ਦੀ ਖਿਦਮਤ ਕਰਨੀ ਹੈ। ਤੁਸੀਂ ਦੀਨ ਨੂੰ ਬੁਨਿਆਦ ਬਣਾ ਕੇ ਇਨਸਾਨੀਅਤ ਤਫਰੀਕ ਪੈਦਾ ਕਰਦੇ ਜਾਓ, ਲੜਦੇ ਜਾਓ, ਤੇ ਕਦੀ ਤਬਲੀਗ ਤੁਹਾਡੀ ਪੂਰੀ ਨਹੀਂ ਹੋਣੀ। ਮੰਨੋ ਇਸ ਗੱਲ ਨੂੰ ਕਿ ਜੇ ਮਿਸਾਲੀ ਮੁਆਸ਼ਰਾ ਹੋਏਗਾ, ਤੁਹਾਡੇ 'ਚ ਕੋਈ ਕੁਵਤ ਹੋਏਗੀ, ਤੁਸੀਂ ਆਪਣੇ ਪੈਰਾਂ ਤੇ ਖਲੋਣ ਜੋਗੇ ਹੋਵੋਗੇ, ਤੁਸੀਂ ਕੋਈ ਦੀਨ ਇਸਲਾਮ ਦਾ ਮਾਡਲ ਸਟੈਬਲਿਸ਼ ਕਰਕੇ ਵਿਖਾਓਗੇ ਤੇ ਲੋਕੀ ਤੁਹਾਨੂੰ ਆਪੇ ਫੋਲੋ ਕਰ ਲੈਣਗੇ। ਅਗਰ ਤੁਸੀਂ ਇਹ ਨਾ ਕੀਤਾ, ਔਰ ਇਹ ਸਿਰਫ ਮੁਸਲਮਾਨਾਂ ਵਾਸਤੇ ਨਹੀਂ, ਇਹ ਸਾਰਿਆਂ ਵਾਸਤੇ ਹੈਗੇ, ਬਾਕੀ ਮਜ਼ਹਬਾਂ ਵਾਸਤੇ ਵੀ ਇਹ ਹੈਗਾ। ਕਦੀ ਨਾ ਮੈਂ ਕਈ ਵਾਰੀ ਗੱਲ ਕਰਨਾ ਨਾ, ਮੈਨੂੰ ਬੜੇ ਇੰਜੋਏ ਕਰਨਾ ਮੈਂ ਗੱਲ ਕਰਕੇ, ਔਰ ਦੁੱਖ ਵੀ ਹੁੰਦਾ ਹੈ ਕਿ ਕਦੀ ਸਾਡੇ ਅਲਾਮਾ ਸਾਹਿਬ ਸ਼ਾਇਰ, ਕਦੀ ਕੋਈ ਸ਼ਾਇਰ, ਕਦੀ ਕੋਈ ਸ਼ਾਇਰ, ਉਹ ਸ਼ਾਇਰ ਦੀ ਸ਼ਾਇਰੀ ਜਦੋਂ ਅਸੀਂ ਪੜ੍ਹੀ ਦੀ ਹੈ ਨਾ, ਕਦੀ ਉਹਨੇ ਅਸੀਂ ਬੜੇ ਫਖਰ ਨਾਲ ਮੁੱਛਾਂ ਤੇ ਹੱਥ ਫੇਰ ਕੇ कि दश्त तो दश्त है, दरिया भी न छोड़े हमने, बहर जुल्मात में दौड़ा दिए घोड़े हमने। हाय हाय, ਉਹ ਕਿੱਥੇ ਨੇ ਤੁਹਾਡੇ ਘੋੜੇ? ਸੱਚੀ ਗੱਲ ਹੈ ਵੀ ਘੋੜੇ ਤੁਹਾਡੇ ਕਿੱਥੇ ਨੇ? ਉਹ ਕਿੱਥੇ ਜ਼ੁਲਮਾਤ ਗਏ ਤੇ ਕਿੱਥੇ ਦਸ਼ਤ ਗਏ ਤੇ ਕਿੱਥੇ ਗੱਲਾਂ, ਕਿੱਥੇ ਬੜਕਾਂ ਗਈਆਂ। ਸਾਡਾ ਕਲਚਰ ਉਹ ਹੀ ਮਰਹੂਮ ਸੁਲਤਾਨ ਰਾਹੀ ਵਾਲਾ ਹੈ ਜਾਂ ਮੁਸਤਫਾ ਕੁਰੈਸ਼ੀ ਸਾਹਿਬ ਵਾਲਾ ਹੈ ਕਿ ਜਿੱਥੇ ਅਸੀਂ ਤਦਰੀਸ ਇਹ ਕੀਤੀ ਹਰ ਫਿਲਮ ਦੇ ਵਿੱਚ ਐਂਟਰਟੇਨਮੈਂਟ ਦੇ ਨਾਂ ਤੋਂ ਕਿ ਇੱਕ ਜਿਹੜਾ ਕੁੜੀ ਚੁੱਕ ਕੇ ਲਾ ਜਾਂਦਾ ਤੇ ਦੂਸਰਾ ਜਿਹੜਾ ਉਹਦੇ ਪਿੱਛੇ ਚੱਲ ਜਾਂਦਾ, ਉਹ ਉਹਨੂੰ ਮਾਰ ਛੱਡਦਾ। ਗੈਰਤਾਂ ਦੇ ਨਾਂ ਤੇ ਬੰਦੇ ਮਰ ਜਾਂਦੇ ਨੇ, ਤੇ ਉਸ ਤੋਂ ਬਾਅਦ ਪੜ੍ਹਾਈ ਲਿਖਾਈ ਸਿਫਰ, ਕਿਸੇ ਦੇ ਕੋਲ ਟਕਵਾ, ਕਿਸੇ ਕੋਲ ਕਲਾਸ਼ਨਕੋਫ, ਕਿਸੇ ਕੋਲ ਕੁਝ। ਜਨਰਲ ਜ਼ਿਆ ਸਾਹਿਬ ਦੀ ਇੰਨੀ ਮਿਹਰਬਾਨੀ ਸੀ, ਜਿਹੜਾ ਉਸ ਤੋਂ ਬਾਅਦ ਅਸੀਂ ਇਹ ਵੇਖਿਆ ਕਿ ਕਦੀ ਮੌਲਵੀ ਸਾਹਿਬ, ਅਸੀਂ ਘਰ ਦੇ ਵਿੱਚ ਡਰਨੇ ਆਪਣੇ ਮਾਪਿਓ ਕੋਲ ਹੁੰਦੇ ਸਾਂ ਜਾਂ ਮੌਲਵੀ ਸਾਹਿਬ ਕੋਲ ਹੁੰਦੇ ਸਾਂ, ਉਸਤਾਦ ਹੁੰਦਾ ਸੀ, ਤੇ ਉਹ ਡਰ ਹੁੰਦਾ ਸੀ ਸਿਰਫ ਚਪੇੜਾਂ ਦਾ। ਲੇਕਿਨ ਜਿਸ ਵੇਲੇ ਜਨਰਲ ਜ਼ਿਆ ਸਾਹਿਬ ਚਲੇ ਗਏ ਨੇ, ਤੇ ਸਾਨੂੰ ਇੱਕ ਜੱਥਾ ਜਿਹੜਾ ਗੈਂਗਸਟਰ ਜਿਹੜੇ ਜਾਣਦੇ ਨੇ, ਜਿਨ੍ਹਾਂ ਦੇ ਹੱਥਾਂ 'ਚ ਕਲਾਸ਼ਨਕੋਫਾਂ ਨੇ, ਇੱਕ ਪਾਸੇ ਉਹ ਜਾਣਦੇ ਨੇ ਤੇ ਦੂਸਰੇ ਪਾਸੇ ਕੋਈ ਸਾਡਾ ਦੀਨੀ ਰਹਿਨੁਮਾ ਜਾਣਦੇ ਆ, ਉਹਨੀਆਂ ਹੀ ਕਲਾਸ਼ਨਕੋਫਾਂ ਉਹਦੇ ਕੋਲ ਨੇ। ਇਹਦਾ ਮਤਲਬ ਹੈ ਤਮੀਜ਼ ਮੁੱਕ ਗਈ, ਫਰਕ ਮੁੱਕ ਗਿਆ। ਹੁਣ ਅਸੀਂ ਗੱਲ ਕਰਦੇ ਵੀ ਘਬਰਾਨੇ ਹਾਂ, ਅਸੀਂ ਗੱਲ ਕਰਦੇ ਵੀ ਘਬਰਾਨੇ, ਗੱਲ ਕੀ ਕਰੀਏ ਤੇ ਕੀ ਨਾ ਕਰੀਏ। ਅਸੀਂ ਸਾਡੇ ਜੰਮਣ ਤੋਂ ਲੈ ਕੇ ਹੁਣ ਤੱਕ ਸਾਨੂੰ ਇਹੋ ਹੀ ਦੱਸਿਆ, ਔਰ ਗੱਲ ਵੀ ਠੀਕ ਹੈ ਕਿ ਮਾਸ਼ਾਅੱਲਾ ਕੁਰਾਨ ਇੱਕ ਮੁਅਜਜ਼ਾ। कुरान जी रात च उतरिया उन्होंने लैलतुल कदर क्या गया, बड़ी बात है। अल्लाह ताला ने खुद किया कि बड़ा ही आसान कुरान किताब, बड़ी आसान है। ये एडी आसान है कि ये पढ़ना शुरू कर दो, सीखना शुरू कर दो, तो जिंदगी च इनकलाब आ जाएगा। तो जे तुहाडी अफरादी जिंदगी च इनकलाब आएगा ना, तो तुहाडी इज्तमाही जिंदगी दे विच भी इहदे नाल इनकलाब आ सकदा। और ये आउंदे ने और आउंदे रहे ने, और साडे पुराने आबाओ अजदाद इस चीज़ नूं वेखदे रहे ने। लेकिन ਉਹ ਇਨਕਲਾਬ ਕਿੱਥੇ ਰਹਿ ਗਏ ਹੁਣ? ਇਸ ਵਾਸਤੇ ਕਿ ਅਸੀਂ ਜਿਨ੍ਹਾਂ ਨੇ ਇਨਕਲਾਬ ਲਿਆਉਣਾ ਸੀ, ਉਹਨਾਂ ਨੂੰ ਪੜ੍ਹਨ ਲਿਖਣ ਤੋਂ ਹਟਾ ਕੇ ਤੇ ਅਸੀਂ ਉਹਨਾਂ ਦੇ ਹੱਥ 'ਚ ਕਲਾਸ਼ਨਕੋਫ ਪੜ੍ਹਾਤੀ। ਕਿੱਥੇ ਕਲਮ ਤੋਂ ਆਸ ਸੀ, ਕਿੱਥੇ ਕਲਾਸ਼ਨਕੋਫ ਸੀ। ਗੱਲ ਹੋਣ ਰਹੀ ਸੀ ਦਸ਼ਤ ਤੋਂ ਦਸ਼ਤ ਹੈ, ਦਰਿਆ ਵੀ ਨੇ ਛੋੜੇ ਹਮਨੇ। ਉਹ ਭਾਈ ਟੈਕਨੋਲੋਜੀ ਬੜੀ ਪਾਵਰਫੁਲ ਹੈ, ਬੜੀ ਪਾਵਰਫੁਲ ਹੈ ਟੈਕਨੋਲੋਜੀ। ਇਟ ਐਕਸਪ੍ਰੈਸਸ ਇਟਸੈਲਫ। ਕਦੀ ਵੇਖਿਆ ਨਹੀਂ? ਮਿਸਾਲ ਮੈਂ ਦੇਣਾ ਹੁੰਦਾ ਮੇਰੇ ਸਟੂਡੈਂਟਸ ਨੂੰ, ਪਤਾ ਹੈ ਯਾਰ ਅੰਡੇ ਦਾ ਖੋਲ ਹੁੰਦਾ ਕੈਲਸ਼ੀਅਮ ਦਾ ਬਣਿਆ, ਮਜ਼ਬੂਤ ਹੁੰਦਾ ਨਾ, ਤੇ ਵਿੱਚ ਉਹਦੇ
ਇੱਕ ਚੂਜ਼ਾ ਥੋੜਾ ਥੋੜਾ ਸਾਹ ਲੈਂਦਾ, ਵੱਡਾ ਹੁੰਦਾ। ਇੱਕ ਦਿਨ ਐਸਾ ਹੁੰਦਾ ਕਿ ਖੌਲ ਨੂੰ ਤੋੜ ਕੇ ਬਾਹਰ ਆ ਜਾਂਦਾ। ਦੈਟ ਇਜ਼ ਪਾਵਰ, ਐਕਸਪ੍ਰੈਸ਼ਨ ਆਫ ਦੀ ਪਾਵਰ। ਉਹ ਜਿੰਨੀ ਦੇਰ ਤੁਸੀਂ ਘੋੜੇ ਰੱਖੇ, ਤੁਸੀਂ ਕਰਪਸ਼ਨ ਨਾ ਕੀਤੀ, ਤੁਸੀਂ ਹੇਰਾ ਫੇਰੀ ਨਾ ਕੀਤੀ, ਤੁਸੀਂ ਐਕਸ ਫਰੀडम ਆਫ ਸਪੀਚ ਰੱਖਿਆ, ਜਾ ਕੇ ਪੁੱਛ ਸਕੇ ਕਿ ਹਜ਼ੂਰ ਤੁਹਾਡਾ ਕੁੜਤਾ ਕਿੱਥੋਂ ਆਇਆ ਹੈ, ਆਪਣੇ ਖਲੀਫਾ ਸਾਹਿਬ ਨੂੰ ਤੁਸੀਂ ਜਵਾਬ ਦੇ ਸਮਝਿਆ ਆਪਣੇ ਆਪ ਨੂੰ ਇਸ ਆਪਣੀ ਮਖਲੂਕ ਖਲਕ ਦੇ ਸਾਹਮਣੇ, ਰਾਇਆ ਦੇ ਸਾਹਮਣੇ। ਔਰ ਇਹ ਵੀ ਜ਼ਿਹਨ ਚ ਰੱਖਿਆ ਕਿ ਆਖਰਤ ਦਾ ਡਰ ਹੈ ਮੇਰੇ ਕੋਲ, ਮੈਂ ਇੱਕ ਦਿਨ ਖਲੋਣਾ ਰੱਬ ਦੇ ਸਾਹਮਣੇ, ਡਰ ਕੇ ਖਲੋਣਾ ਹੈ। ਮੈਂ ਕੀ ਜਵਾਬ ਦਿਆਂਗਾ? ਅੱਜ ਕਿਸੇ ਨੂੰ ਪੁੱਛ ਲਓ ਜਵਾਬ ਦਾ, ਤੇ ਕਿਸੇ ਤੇ ਡੈਫੇਮੇਸ਼ਨ ਦਾ ਪਰਚਾ, ਤੇ ਕਿਸੇ ਤੇ ਫਲਾਣਾ ਪਰਚਾ। ਪਤਾ ਨਹੀਂ ਕਿੰਨੇ ਕੁ ਲੋਕੀ ਭੁਗਤਣਗੇ ਯਾਰ ਇਸ ਗੱਲ ਨੂੰ, ਇਸ ਨਿਜ਼ਾਮ ਨੂੰ। ਅੱਲਾ ਹੀ ਤੁਹਾਨੂੰ ਹਦਾਇਤ ਦੇਵੇ। ਔਰ ਕਦੀ ਇਹ ਹੁੰਦਾ ਸੀ ਨਾ ਇਸ ਗੱਲ ਦੇ ਕਿ ਜੀ, ਮਿਸਾਲ ਦੇ ਤੌਰ ਤੇ ਦੀਨ ਦੇ ਨਾਲ ਜਿਹੜਾ ਮੁਨਸਲਿਕ ਉਹਦਾ ਫਲਾਣਾ ਫਲਾਣਾ ਫਲਾਣਾ, ਉਹਨੂੰ ਜੰਨਤ ਬਿਲਕੁਲ ਹੁਣ ਵੀ ਹੈਗਾ ਉਹ। ਲੇਕਿਨ ਰੱਬ ਦੇ ਦੀਦਾਰ ਲਈ, ਰੱਬ ਦੀ ਰਜ਼ਾ ਲਈ ਕੰਮ ਕਰਨਾ ਚਾਹੀਦਾ। ਮੇਰਾ ਵੀਰ, ਮੇਰੀ ਭੈਣੋ, ਮੇਰੇ ਭਰਾਓ, ਹਾਫਿਜ਼ ਸਾਹਿਬ ਜਿੱਥੇ ਜਿੱਥੇ ਵੀ ਹੋਣ ਨਾ, ਹਾਫਿਜ਼ ਸਾਹਿਬ ਦਾ ਸਾਨੂੰ ਇਹ ਦੱਸਿਆ ਗਿਆ, ਮੈਂ ਬੜਾ ਗੁਨਾਹਗਾਰ ਬੰਦਾ, ਤਾਲਿਬ ਇਲਮ ਹੈਗਾ ਮੈਂ, ਕਿ ਜੀ ਇਹਨਾਂ ਜੰਨਤ ਚ ਲੈ ਕੇ ਜਾਣਾ ਨਾਲ। ਇਹ ਹਾਫਜ਼ਾਂ ਨੇ ਜੰਨਤ ਚ ਤਾਂ ਹੀ ਨਾਲ ਲੈ ਕੇ ਜਾਣਾ ਜੇ ਆਪ ਜੰਨਤ ਤੇ ਜਾਣਗੇ। ਤੇ ਸਾਨੂੰ ਅੱਛਾ ਇੱਕ ਰੱਖਣਾ ਚਾਹੀਦਾ ਹੈ ਗੁਮਾਨ ਕਿ ਇਨਸ਼ਾਅੱਲਾ ਇਹ तमाम ਅਫਵਾਜ਼ ਕਰਾਮ ਜਿਹੜੇ ਨੇ ਨਾ, ਇਹ ਸਾਰੇ ਜੰਨਤ ਜਾਣੇ ਨੇ। ਬਲਕਿ ਸਿਰਫ ਆਪ ਨੇ ਜਾਣੇ ਨਾ, ਬਾਕੀ ਨੂੰ ਵੀ ਲੈ ਕੇ ਜਾਣਾ। ਮਸ਼ਲੇ ਰਾਹ ਨੇ, ਉਹ ਵੀ ਪਲਟ ਕੇ ਖਲੋ ਕੇ ਤੇ ਵੇਖਣ ਨਾ, ਪਰਤ ਕੇ, ਕਿ ਅਸੀਂ ਕਰਨ ਕੀ ਡਏ ਹਾਂ। ਹਾਫਿਜ਼ ਸਾਹਿਬ ਹੋਣ, ਕੁਰਾਨ ਦਾ ਪੂਰਾ ਇਲਮ, ਇਸ ਸਮੰਦਰ ਜਿਹੜਾ ਇਸ ਸੀਨੇ ਚ ਮਹਿਫੂਜ਼ ਹੋਵੇ, ਤੇ ਉਸ ਤੋਂ ਬਾਅਦ ਕਿਬਰਿਆਈ ਵੀ ਹੋਵੇ, ਨਖੁਵਤ ਵੀ ਹੋਵੇ, ਤਕੱਬਰ ਵੀ ਹੋਵੇ, ਤੇ ਫਿਰ ਉਹ ਇਲਮ ਜਿਹੜਾ ਆਪਣਾ ਅਸਰ ਨਹੀਂ ਰੱਖਦਾ। ਇਸ ਵਾਸਤੇ ਇਹਨਾਂ ਸਾਰੀਆਂ ਚੀਜ਼ਾਂ ਤੇ ਤਵੱਜੋ ਦੀ ਜ਼ਰੂਰਤ ਹੈ। ਟੋਲਰੈਂਸ, ਭੈੜੇ ਨੂੰ ਭੈੜਾ ਕਹੋ, ਚੰਗੇ ਨੂੰ ਚੰਗਾ ਕਹੋ, ਸੱਚ ਦੇ ਨਾਲ ਸੱਚ ਨਾਲ ਖਲੋ ਜਾਓ। ਜੇ ਤੁਸੀਂ ਇੰਨੇ ਮਾੜੇ ਹੋ ਤੇ ਢਿੱਡੋਂ ਹੀ ਬੁਰਾ ਜਾਣੋ, ਜਿਹੜਾ ਮਿਨੀਮਮ ਦਰਜਾ ਹੈ ਮੇਰੇ ਵਰਗੇ ਗੁਨਾਹਗਾਰ ਦਾ। ਤੇ ਇਹਦੇ ਨਾਲ ਟੋਲਰੈਂਸ ਆਏਗੀ, ਇਨਸਾਨੀਅਤ ਵਧੇਗੀ, ਮੁਆਸ਼ਰੇ ਦੀ ਖਿਦਮਤ ਹੋਏਗੀ, ਇਨਫਰਾਦੀ ਤੌਰ ਤੇ ਅਸੀਂ ਬਿਹਤਰ ਹੋਵਾਂਗੇ। ਤੇ ਇਹ ਇਨਸ਼ਾਅੱਲਾ ਜੀ ਬੜੀ ਮਿਹਰਬਾਨੀ। ਅੱਜ ਕੋਈ ਵੀ ਮੇਰੇ ਨਾਲ ਨਹੀਂ ਆਇਆ। ਉਹ ਬੈਠੇ ਹੋ ਭਾਈ ਜੀ? ਅੱਛਾ 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 ਅੱਛਾ, ਚੁੱਪ ਕਰਕੇ ਸੁਣਨ ਡਏ ਆ। ਚਲੋ ਬੜੀ ਮਿਹਰਬਾਨੀ, ਸੁਣਦੇ ਰਹੋ। ਹਰ ਹਫਤੇ ਨੂੰ ਜਿਹੜਾ ਨਾ, ਅੱਲਾ ਕਰੇ ਚੇਤਾ ਰਹਿ ਜੇ, ਤੇ ਮੈਂ ਇਨਸ਼ਾਅੱਲਾ ਹਰ ਹਫਤੇ ਨੂੰ ਹੁਣੇ ਬੈਠਕ ਕਰਾਂਗਾ। ਪੂਰੇ ਹਫਤੇ ਦਾ ਨਿਚੋੜ ਕੱਢ ਕੇ ਤੁਹਾਡੇ ਸਾਹਮਣੇ ਧਰ ਦਿਆਂ ਕਰਾਂਗਾ। ਮਿੱਠੀਆਂ ਮਿੱਠੀਆਂ ਗੱਲਾਂ ਨੇ, ਸੱਚੀਆਂ ਸੱਚੀਆਂ ਗੱਲਾਂ ਨੇ, ਐਂਟਰਟੇਨਮੈਂਟ ਵੀ ਹੈ ਔਰ ਇਹਦੇ ਚ ਇਲਮ ਵੀ ਹੈ। ਬਹੁਤ ਮਿਹਰਬਾਨੀ। अस्सलाम वालेकुम वरहमतुल्लाहि वबरकातुहू। ਦੁਆਵਾਂ 'ਚ ਯਾਦ ਰੱਖਿਓ, ਮੈਂ ਬੜਾ ਗੁਨਾਹਗਾਰ ਹਾਂ। ਅੱਲਾਹ ਤਾਲਾ ਮੈਨੂੰ ਵੀ, ਮੇਰੇ ਨਾਲ ਜੁੜੇ तमाम ਰਿਸ਼ਤਿਆਂ ਨੂੰ ਮਾਫੀਆਂ ਦੇਵੇ, ਉਹਨਾਂ ਤੇ ਰਹਿਮਤਾਂ ਕਰੇ, ਕਰਮ करे, इंसानियत ਤੇ अपना रहम करे, मेरे मुल्क ਤੇ मेरी कौम ਤੇ अपना रहम करे। और जिथे जिथे भी इंसान वसदा है, जिथे जिथे भी अल्लाह की मखलूक है, अल्लाह ताला ਉਹਦੇ ਵਾਸਤੇ ਸਾਰੀਆਂ ਸਹੂਲਤਾਂ ਹੀ ਸਹੂਲਤਾਂ ਪੈਦਾ ਕਰੇ। अस्सलाम वालेकुम रहमतुल्लाहि वबरकातुहू।